डॉक्टर बाई चांस बन गए, इंसीडेंटली बन गए, या शुरू तो ख्वाहिश सी कि मैं डॉक्टर ही बनना है? ਤੁਸੀਂ ਯਕੀਨ ਕਰੋ ਕਿ ਮੈਂ ਇੰਜੀਨੀਅਰ ਵੀ ਬਣ ਸਕਦਾ ਸੀ ਔਰ ਡਾਕਟਰ ਵੀ ਬਣ ਸਕਦਾ ਸੀ। ਹੁਣ ਤੁਸੀਂ ਪੁੱਛਦੇ ਹੋ ਕਿ ਇੰਟੈਂਸ਼ਨਲੀ ਸੀ, ਨਹੀਂ। ਜੇ ਮੈਂ ਇੰਟੈਂਸ਼ਨਲੀ ਬਣਨਾ ਸੀ ਤੇ ਮੈਂ ਡਾਕਟਰ ਹੀ ਬਣਨਾ ਸੀ। ਤੇ ਕੱਟ ਮਾਰਨਾ ਹੋਏ ਹੱਥ ਨਹੀਂ ਕੰਬੇ? ਤੇ ਜਦੋਂ ਪਹਿਲੀ ਵਾਰੀ ਬਲੇਡ ਹੱਥ 'ਚ ਫੜਿਆ, ਹੱਥ ਤਾਂ ਨਹੀਂ ਕੰਬੇ, ਦਿਲ ਜ਼ਰੂਰ ਕੰਬਿਆ ਸੀ। ਡਾਕਟਰ ਸਾਹਿਬ, ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ? ਕਹਿ ਸਕਦੇ ਹੋ ਵਨ ਸਾਈਡਡ ਲਵ ਸਟੋਰੀ ਸੀ। ਡਾਕਟਰ ਸਾਹਿਬ ਦੇ ਵੱਲੋਂ ਵਨ ਸਾਈਡ ਸੀ ਜਾਂ ਤੁਹਾਡੇ ਵੱਲੋਂ? ਨਹੀਂ, ਇਹਨਾਂ ਵੱਲੋਂ ਹੀ ਸੀ। ਮੈਂ ਨੌਕਰੀ 8 ਸਾਲ ਕੀਤੀ। 8 ਸਾਲ ਤੋਂ ਬਾਅਦ ਮੈਂ ਜੌਬ 'ਚੋਂ ਰਿਜ਼ਾਈਨ ਕਰਤਾ। ਮੈਨੂੰ ਲੋਕਾਂ ਨੇ ਕਿਹਾ ਕਿ PCMS ਵਰਗੀ ਰੈਗੂਲਰ ਪੈਨਸ਼ਨੇਬਲ ਜੌਬ ਕੌਣ ਛੱਡਦਾ ਵਾ? ਮੈਂ ਕਿਹਾ ਨਹੀਂ, ਛੋੜਤੀ। ਛੱਡ ਕੇ ਮੈਂ ਆਪਣਾ ਹਸਪੀਟਲ ਖੋਲ੍ਹ ਲਿਆ ਵਿਦਆਊਟ ਐਨੀ ਕਲਾਇੰਟੇਜ, ਵਿਦਆਊਟ ਐਨੀ ਬੈਕਅਪ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੇਰੀ ਫੈਮਿਲੀ 'ਚ ਨਹੀਂ ਹੈ ਕੋਈ। ਸੋ ਆਈ ਲਵ ਟੇਕਿੰਗ ਅਪ ਚੈਲੰਜਸ। ਉਹ ਜਦੋਂ ਚੈਲੰਜ ਲਿਆ ਤਾਂ ਫਿਰ ਪਿੱਛੇ ਨਹੀਂ ਮੁੜ ਕੇ ਦੇਖਣਾ, ਫਿਰ ਜੇ ਚੱਲ ਪਏ ਤਾਂ ਚੱਲ ਪਏ। ਪਤਾ ਨਹੀਂ, ਇੱਕ ਬੜੀ ਮਜ਼ੇ ਵਾਲੀ ਗੱਲ ਦੱਸਾਂ। ਜਦੋਂ ਮੈਨੂੰ ਪਹਿਲੀ ਵਾਰੀ ਦੇਖਣ ਆਏ ਸੀ ਨਾ, ਤੇ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਰਾਜੂ, ਤੈਨੂੰ ਇੱਕ ਗੱਲ ਦੱਸਾਂ, ਤੂੰ ਅਗਰ ਮੈਨੂੰ ਕਹੇ ਕਿ ਮੈਂ ਤੈਨੂੰ ਲਵ ਲੈਟਰਸ ਲਿਖਾਂ ਤੇ ਮੇਰੇ ਕੋਲ ਟਾਈਮ ਨਹੀਂ ਹੈ ਤੇ ਨਾ ਹੀ ਮੈਂ ਲਿਖ ਸਕਦਾ, ਪਰ ਜਦ ਇਹ ਅੱਜ ਲਿਖਦੇ ਨੇ ਤੇ ਮੈਨੂੰ ਆਪਣਾ ਉਹ ਟਾਈਮ ਯਾਦ ਆਉਂਦਾ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4U ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਉਹਨਾਂ ਸ਼ਖਸੀਅਤਾਂ ਨਾਲ ਕਰਾਈ ਜਾਂਦੀ ਹੈ ਜਿਨ੍ਹਾਂ ਨੇ ਸ਼ਹਿਰ ਲਈ ਕੁਝ ਕੀਤਾ ਹੈ, ਉੱਚਾ ਮੁਕਾਮ ਹਾਸਲ ਕੀਤਾ ਹੈ। ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਸੀ ਜਾਣੇ ਮਾਣੇ ਸਰਜਨ ਨੇ, ਆਪਣਾ ਹਸਪਤਾਲ ਚਲਾਉਂਦੇ ਨੇ ਤੇ ਇਹ ਰਾਈਟਰ ਵੀ ਨੇ। ਬਹੁਤ ਸਾਰੀ ਇਹਨਾਂ ਨੇ ਪੋਇਮਸ ਵੀ ਲਿਖੀਆਂ ਨੇ, ਕਿਤਾਬ ਲਿਖ ਚੁੱਕੇ ਨੇ, ਸੋਸ਼ਲ ਵਰਕ ਵੀ ਕਰਦੇ ਨੇ। ਗੱਲਬਾਤ ਕਰਾਂਗੇ ਡਾਕਟਰ ਜਸਪ੍ਰੀਤ ਗਰੋਵਰ ਨਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਭੰਡਾਰੀ ਸਾਹਿਬ। ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮਸ ਨਾਲ। ਡਾਕਟਰ ਰਮਿੰਦਰ ਰਾਜੂ ਨੇ, ਵੈਸੇ ਤੇ ਸੋਸ਼ਲ ਵਰਕਰ ਨੇ। ਡਾਕਟਰ ਸਾਹਿਬ, ਪਹਿਲਾ ਇਹ ਸਵਾਲ ਹੈ ਜੀ, ਡਾਕਟਰ ਬਾਈ ਚਾਂਸ ਬਣ ਗਏ, ਇੰਸੀਡੈਂਟਲੀ ਬਣ ਗਏ, ਜਾਂ ਸ਼ੁਰੂ ਤੋਂ ख्वाहिश ਸੀ ਕਿ ਮੈਂ ਡਾਕਟਰ ਹੀ ਬਣਨਾ ਹੈ? ਨਹੀਂ ਜੀ ਭੰਡਾਰੀ ਸਾਹਿਬ, ਸ਼ੁਰੂ ਤੋਂ ਹੀ ਖੁਆਇਸ਼ ਸੀ ਹੀ ਕਿ ਡਾਕਟਰ ਹੀ ਬਣਨਾ ਵਾ। ਇੱਥੇ ਮੈਂ ਇੱਕ ਛੋਟਾ ਜਿਹਾ ਇੰਸੀਡੈਂਟ ਸੁਣਾਉਣਾ ਵਾ। 1984 ਦੀ ਗੱਲ ਹੈ। ਮੈਂ PMT ਉਦੋਂ ਸਾਡੀ ਅਨਾਊਂਸ ਹੋਈ ਤੇ ਉਹਨਾਂ ਦਿਨਾਂ ਵਿੱਚ ਹੀ ਨਾਲ ਆਪਰੇਸ਼ਨ ਬਲੂ ਸਟਾਰ ਹੋ ਗਿਆ। ਅਸੀਂ ਸੋਚਿਆ ਕਿ PMT ਤਾਂ ਹੋਣੀ ਨਹੀਂ ਹੈ, ਸੋ ਇਸ ਕਰਕੇ ਤਿਆਰੀ ਵੀ ਆਪਾਂ ਛੱਡਤੀ। ਆਲ ਆਫ ਅ ਸਡਨ ਦੈਨ ਡੇਟ ਅਨਾਊਂਸ ਹੋ ਗਈ, ਅਗਸਤ ਵਿੱਚ PMT ਹੋ ਰਹੀ ਹੈ। ਸੋ ਉਸ ਸਾਲ ਮੈਂ ਆਪਣਾ ਪੇਪਰ ਨਹੀਂ ਦਿੱਤਾ, ਡ੍ਰੌਪ ਕਰ ਗਿਆ। ਔਰ ਮੈਂ ਐਡੀਸ਼ਨਲ ਮੈਥਸ, ਉਦੋਂ ਇੱਕ ਪ੍ਰੋਵੀਜ਼ਨ ਹੁੰਦੀ ਸੀ ਜਿਸ 'ਚ ਅਸੀਂ ਕਰਕੇ ਅਸੀਂ ਇੰਜੀਨੀਅਰਿੰਗ ਕਾਲਜ ਲਈ ਵੀ ਕੁਆਲੀਫਾਈ ਕਰ ਸਕਦੇ ਸੀ। ਸੋ ਆਈ ਡਿਡ ਮਾਈ ਮੈਥਸ। ਉਹਦੇ 'ਚ ਮੇਰੇ ਇੰਨੇ ਨੰਬਰ ਆ ਗਏ ਕਿ ਆਈ ਗੋਟ ਅ ਵੈਰੀ ਗੁੱਡ ਪੋਜੀਸ਼ਨ। ਮੈਂ ਥਾਪੜ ਇੰਜੀਨੀਅਰਿੰਗ ਕਾਲਜ ਚਲਾ ਗਿਆ, ਉੱਥੇ ਜਾ ਕੇ ਇੰਜੀਨੀਅਰਿੰਗ ਦੀ ਮੈਂ ਐਡਮਿਸ਼ਨ ਲੈ ਲਈ। ਵਾਪਸ ਆਇਆ, PMT ਦਾ ਰਿਜ਼ਲਟ ਆਇਆ ਤੇ ਉਹਦੇ 'ਚ ਬੜੇ ਅੱਛੇ ਮਾਰਕਸ ਆ ਗਏ ਔਰ ਮੈਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਸੀਟ ਮਿਲ ਗਈ। ਸੋ ਤੁਸੀਂ ਯਕੀਨ ਕਰੋ ਕਿ ਮੈਂ ਇੰਜੀਨੀਅਰ ਵੀ ਬਣ ਸਕਦਾ ਸੀ ਔਰ ਡਾਕਟਰ ਵੀ ਬਣ ਸਕਦਾ ਸੀ। ਹੁਣ ਤੁਸੀਂ ਪੁੱਛਦੇ ਹੋ ਕਿ ਇੰਟੈਂਸ਼ਨਲੀ ਸੀ, ਨਹੀਂ। ਜੇ ਮੈਂ ਇੰਟੈਂਸ਼ਨਲੀ ਬਣਨਾ ਸੀ ਤੇ ਮੈਂ ਡਾਕਟਰ ਹੀ ਬਣਨਾ ਸੀ। ਸੋ ਇਸ ਕਰਕੇ ਮੈਂ ਇੰਜੀਨੀਅਰਿੰਗ ਦੀ ਸੀਟ ਛੋੜ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਸੀਟ ਲਈ ਤੇ ਫਿਰ ਮੈਂ ਡਾਕਟਰ। ਇਹ ਵੀ ਡਾਕਟਰ ਸਾਹਿਬ ਸ਼ੁਕਰ ਹੈ ਵੀ ਉਦੋਂ ਸਰਕਾਰ ਨੇ ਆਪਸ਼ਨ ਨਹੀਂ ਦਿੱਤੀ ਵੀ ਤੁਸੀਂ ਇੱਕੋ ਟਾਈਮ ਤੇ ਦੋਨੋਂ ਡਿਗਰੀਆਂ ਕਰ ਲੈਂਦੇ, ਜਿਵੇਂ ਕਿ ਹੁਣ ਸਰਕਾਰ ਦੇਣ ਚਾਹ ਰਹੀ, ਨਹੀਂ ਤੁਸੀਂ ਇੰਜੀਨੀਅਰ ਵੀ ਬਣ ਜਾਣਾ ਸੀ ਤੇ ਡਾਕਟਰ ਵੀ ਬਣ ਜਾਣਾ ਸੀ। ਮੇਰਾ ਖਿਆਲ ਹੈ ਜੇ ਇੰਝ ਕਰ ਲੈਂਦੇ ਤਾਂ ਜ਼ਿਆਦਾ ਵਧੀਆ ਹੁੰਦਾ। ਡਾਕਟਰ ਸਵੇਰੇ ਆਪਾਂ ਪ੍ਰੈਕਟਿਸ ਕਰਦੇ ਤੇ ਸ਼ਾਮ ਨੂੰ ਜਾ ਕੇ ਕਿਸੇ ਜੌਬ ਕਰਨੀ ਸ਼ੁਰੂ ਕਰ ਦਿੰਦੇ ਜਾਂ ਕਿਤੇ ਇੰਜੀਨੀਅਰਿੰਗ ਨਾਲ ਕਰ ਲੈਂਦੇ। ਅੱਛਾ ਡਾਕਟਰ ਸਾਹਿਬ, ਲੰਮਾ ਸਮਾਂ ਤੁਸੀਂ ਇਸ ਪ੍ਰੋਫੈਸ਼ਨ 'ਚੋਂ ਸਰਜਨ ਹੋ, ਤੁਸੀਂ ਬਹੁਤ ਹਸਪੀਟਲ ਚਲਾ ਰਹੇ ਹੋ। ਕੋਈ ਐਵੇਂ ਦਾ ਕੇਸ ਕੰਪਲੀਕੇਟਡ ਜਿਵੇਂ ਤੁਹਾਨੂੰ ਲੱਗਿਆ ਹੋਵੇ ਵੀ ਯਾਰ ਇਹ ਸਰਜਰੀ ਜਿਹੜੀ ਹੈ ਨਾ ਇਹ ਬੜੀ ਔਖੀ ਜੀ ਹੈ? ਭੰਡਾਰੀ ਸਾਹਿਬ, ਮੈਂ ਇੱਕ ਤੁਹਾਨੂੰ ਬੜੀ ਗੱਲ ਕਲੀਅਰ ਕਰਾਂ ਕਿ ਐਜ਼ ਏ ਸਰਜਨ ਵੀ ਟੇਕ ਈਚ ਐਂਡ ਐਵਰੀ ਕੇਸ ਐਜ਼ ਏ ਕੰਪਲੀਕੇਟਡ ਕੇਸ। ਜੇ ਮੈਂ ਇੱਕ ਛੋਟੀ ਰਸੌਲੀ ਲੈ ਕੇ ਚੱਲਦਾ ਹਾਂ ਜਾਂ ਇੱਕ ਮੇਜਰ ਵੀ ਕੋਈ ਸਰਜਰੀ ਕਰਦਾ ਹਾਂ, ਅਸੀਂ ਪੇਸ਼ੈਂਟ ਨੂੰ, ਪੇਸ਼ੈਂਟ ਅਟੈਂਡੈਂਟ ਨੂੰ ਸਭ ਕੁਝ ਐਕਸਪਲੇਨ ਕਰਕੇ ਚੱਲੀਦਾ ਹੈ ਕਿ ਔਰ ਕਿਸੇ ਵੀ ਸਰਜਰੀ ਨੂੰ ਅਸੀਂ ਲਾਈਟਲੀ ਨਹੀਂ ਲੈ ਸਕਦੇ। ਐਵਰੀ ਕੇਸ ਇਜ਼ ਏ ਕੰਪਲੀਕੇਟਡ ਕੇਸ। ਕਿਸ ਵੇਲੇ ਕਿਸ ਕੇਸ ਵਿੱਚ ਕਿਸ ਲਈ ਕੰਪਲੀਕੇਸ਼ਨ ਆ ਜਾਂਦੀ ਹੈ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਗਾ। ਸੋ ਦਿਸ ਇਜ਼ ਅ ਵੈਰੀ ਡਿਮਾਂਡਿੰਗ ਬ੍ਰਾਂਚ, ਦਿਸ ਇਜ਼ ਅ ਵੈਰੀ ਐਗਜ਼ੌਸਟਿਵ ਬ੍ਰਾਂਚ। ਔਰ ਸਰਜਰੀ ਹੈ ਸਪੈਸ਼ਲੀ ਬਿਕੋਜ਼ ਇੱਕ ਸਰਜਨ ਦੇ ਹੱਥ 'ਚ ਉਸ ਵੇਲੇ ਜਿਹੜਾ ਪੇਸ਼ੈਂਟ ਹੈ ਉਹਦੀ ਜਾਨ ਸਾਡੇ ਹੱਥ 'ਚ ਹੈ। ਸੋ ਇੱਕ ਮਿਸਟੇਕ ਉੱਪਰ ਥੱਲੇ ਕਰ ਸਕਦੀ ਹੈ। ਕਿਸੇ ਦਾ ਕੱਪੜਾ ਫਟ ਜਾਂਦਾ, ਦਰਜੀ ਕੋਲ ਜਾਓਗੇ ਕੱਪੜਾ ਸੀ ਦੇ, ਕੋਈ ਫਰਕ ਨਹੀਂ ਪਏਗਾ। ਸਰਜਨ ਕੋਲ ਇੱਕ ਸਟਿਚ ਗਲਤ ਹੋ ਗਿਆ ਤੇ ਜਾਨ ਦੀ ਮੁਸ਼ਕਿਲ ਪੈ ਜਾਂਦੀ ਹੈ। ਸੋ ਇਸ ਕਰਕੇ ਆਈ ਟੇਕ ਐਵਰੀ ਕੇਸ ਐਜ਼ ਅ ਕੰਪਲੀਕੇਟਡ ਕੇਸ। ਆਈ ਥਿੰਕ ਜਦੋਂ ਵੀ ਇੱਕ ਪਰਮਾਤਮਾ ਨਾਲ ਹਾਜ਼ਰ ਨਾਜ਼ਰ ਕਰਕੇ ਸਰਜਰੀ ਸ਼ੁਰੂ ਕਰੀ ਦੀ ਹੈ। ਔਰ ਮੈਂ ਇਹ ਨਹੀਂ ਕਹਾਂਗਾ ਕਿ ਕੋਈ ਮੈਂ ਪਰਟੀਕੂਲਰ, ਦੇਖੋ ਮੇਰਾ ਹੁਣ ਅਪਰੋਕਸੀਮੇਟਲੀ ਮੈਂ 26 ਸਾਲ ਹੋ ਗਏ ਨੇ ਸਰਜਰੀ ਕਰਦੇ ਹਾਂ।
ਕਈ ਕੇਸ ਕਰ ਛੱਡੇ ਵਿੱਚੋਂ, ਕਈ ਮੁਸ਼ਕਲ ਵੀ ਆਏ, ਸੌਖੇ ਵੀ ਆਏ, ਬਟ ਦੈਨ ਪ੍ਰਮਾਤਮਾ ਦੀ ਮਿਹਰ ਹੈ ਕਿ ਐਵਰੀਥਿੰਗ ਹੈਜ਼ ਗੋਨ ਵੈਲ ਟਿਲ ਨਾਓ। ਅੱਛਾ ਡਾਕਟਰ ਸਾਹਿਬ, ਤੁਹਾਡੀ ਫੈਮਿਲੀ ਬੈਕਗ੍ਰਾਉਂਡ ਡਾਕਟਰ ਨਹੀਂ ਹੈ, ਫਾਦਰ ਤੁਹਾਡੇ ਇੰਜੀਨੀਅਰ ਨੇ, ਹਾਂਜੀ। ਬਟ ਕਦੀ ਜਦੋਂ ਪਹਿਲੀ ਵਾਰੀ ਕੋਈ ਚਾਕੂ ਫੜਿਆ ਹੋਵੇ, ਜਦੋਂ ਕਿਸੇ ਮਰੀਜ਼ ਤੇ ਕੱਟ ਮਾਰਨਾ ਹੋਵੇ, ਹੱਥ ਨਹੀਂ ਕੰਬੇ? ਨਹੀਂ, ਇਹ ਨਹੀਂ ਆਇਆ ਮੇਰੇ ਦਿਮਾਗ 'ਚ, ਬਿਕੋਜ਼ ਹੁਣ ਇੱਥੇ ਵੀ ਜਿਹੜੀ ਮੈਂ ਸਰਜਰੀ ਲਈ, ਦੇਖੋ ਜਦੋਂ ਮੇਰੀ ਪੋਜੀਸ਼ਨ ਆਈ, ਪੀਜੀ ਟੈਸਟ ਹੋਇਆ ਤੇ ਮੇਰੀ ਪੋਜੀਸ਼ਨ ਇਨ ਪੰਜਾਬ ਇਟ ਵਾਸ 18th। ਮੈਨੂੰ ਮੈਡੀਸਨ ਵੀ ਮਿਲਦੀ ਸੀ, ਸਰਜਰੀ ਵੀ ਮਿਲਦੀ ਸੀ, ENT, ਗਾਇਨੀ। ਆਈ ਕੁਡ ਹੈਵ ਆਪਟਡ ਫॉर ਐਨੀ ਸਪੈਸ਼ਲਾਈਜ਼ਡ ਬ੍ਰਾਂਚ, ਬਟ ਆਈ ਸਿੰਸੀਅਰਲੀ ਆਪਟਡ ਫॉर ਸਰਜਰੀ ਬਿਕੋਜ਼ ਮੈਨੂੰ ਲੱਗਾ ਕਿ ਇਹ ਇੱਕ ਬ੍ਰਾਂਚ ਇਹੋ ਜਿਹੀ ਹੈ ਜਿਹੜੀ ਕਿ ਥੋੜੀ ਐਕਸਾਈਟਿੰਗ ਹੈ, ਰਿਜ਼ਲਟ ਓਰੀਐਂਟਡ ਹੈ। ਔਰ ਜਿਸ ਲਈ ਮੈਂ ਪਹਿਲੀ ਵਾਰੀ ਸਰਜਰੀ ਕੀਤੀ ਗੁਰੂ ਨਾਨਕ ਦੇਵ ਹਸਪੀਟਲ ਵਿੱਚ, ਜਦੋਂ ਪਹਿਲੀ ਵਾਰੀ ਬਲੇਡ ਹੱਥ 'ਚ ਫੜਿਆ, ਹੱਥ ਤਾਂ ਨਹੀਂ ਕੰਬੇ, ਦਿਲ ਜ਼ਰੂਰ ਕੰਬਿਆ ਸੀ। ਮੈਂ ਰਾਜੂ ਜੀ ਤੁਹਾਡੇ ਕੋਲ ਸਵਾਲ ਪੁੱਛਾਂਗਾ। ਦੇਖੋ डॉक्टर साहब को कभी शिकायत नहीं रहती भी ये टाइम घट देने, डॉक्टरों को सुनया भी टाइम नहीं होती ना देना अपना ना रात अपनी? नहीं, ऐसा कुछ नहीं है, क्योंकि शादी तो पहले मैंने ये चीज़ मैं अपने आप ਨੂੰ प्रिपेयर करके आई ਸੀ। ਕਿਉਂਕਿ ਸਾਡਾ ਜਿਹੜਾ 9 ਮੰਥ ਦਾ ਇੱਕ ਕੋਚਿਪ ਪੀਰੀਅਡ ਸੀਗਾ, ਉਹਦੇ 'ਚ ਮੈਨੂੰ ਪਤਾ ਚੱਲ ਗਿਆ ਸੀਗਾ ਕਿ ਮੈਨੂੰ ਇਹਨਾਂ ਨੂੰ ਥੋੜਾ ਜਿਹਾ ਟਾਈਮ ਦੇਣਾ ਪਏਗਾ, ਇਸ ਲਈ ਮੈਨੂੰ। ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ? ਕਹਿ ਸਕਦੇ ਹੋ ਵਨ ਸਾਈਡਡ ਲਵ ਸਟੋਰੀ ਸੀ। ਲੇਕਿਨ ਡਾਕਟਰ ਸਾਹਿਬ ਵੱਲੋਂ ਵਨ ਸਾਈਡ ਸੀ ਜਾਂ ਤੁਹਾਡੇ ਵੱਲੋਂ? ਨਹੀਂ, ਇਹਨਾਂ ਵੱਲੋਂ ਹੀ ਸੀ। ਕਿਸੇ ਪ੍ਰਪੋਜ਼ ਵੀ ਬਟ ਨੈਚੁਰਲ ਇਹਨਾਂ ਨੇ ਕੀਤਾ ਹੋਣਾ ਜੀ। ਹਾਂਜੀ। ਨਹੀਂ ਭੰਡਾਰੀ ਸਾਹਿਬ, ਇੱਥੇ ਤੁਸੀਂ ਗਲਤੀ ਖਾ ਗਏ। ਭਾਵੇਂ ਲਵ ਸਟੋਰੀ ਜਿਹੜਾ ਇਹ ਕਹਿੰਦੇ ਨੇ ਵਨ ਸਾਈਡਡ ਸੀ, ਪਰ ਪ੍ਰਪੋਜ਼ ਮੈਂ ਕਿਸੇ ਟਾਈਮ ਤੇ ਵੀ ਨਹੀਂ ਕਰ ਸਕਿਆ, ਇੰਨੀ ਹਿੰਮਤ ਨਹੀਂ ਪਈ। ਇਟ ਵਾਸ ਅਗੇਨ ਵੈਂਟ ਥਰੂ ਆਲ ਦਾ ਕਹਿੰਦੇ ਨਾ ਪ੍ਰੋਟੋਕੋਲ ਜਿਹੜੇ ਹੁੰਦੇ ਨੇ ਮੈਰਿਜ ਦੇ, ਐਂਡ ਪੂਰੀ ਉਸ ਤੋਂ ਬਾਅਦ ਅਰੇਂਜਡ ਮੈਰਿਜ ਸੀ। ਹਾਂ, ਇਹ ਤੁਸੀਂ ਕਹਿ ਸਕਦੇ ਹੋ ਕਿ ਲੜਕੀ ਮੈਂ ਖੁਦ ਪਸੰਦ ਕੀਤੀ ਸੀ। ਮੁਲਾਕਾਤ ਕਿੱਥੇ ਹੋਈ ਸੀ ਪਹਿਲੇ? ਮੁਲਾਕਾਤ ਜੇ ਮੈਂ ਆਫੀਸ਼ੀਅਲੀ ਮੁਲਾਕਾਤ ਕਹਾਂ ਤਾਂ ਜਿਵੇਂ ਮੇਰੀ ਰਿੰਗ ਸੈਰੇਮਨੀ ਹੈ, ਆਫੀਸ਼ੀਅਲੀ ਮੁਲਾਕਾਤ ਉੱਥੇ ਹੀ ਹੋਈ ਸੀ। ਹਾਂ, ਬਟ ਇਹਨਾਂ ਨੂੰ ਮੈਂ ਠੀਕ ਹੈ ਦੇਖਿਆ ਸੀ, ਕਾਲਜ ਜਾਂਦੇ ਆ ਪਸੰਦ ਕੀਤਾ, ਦੈਨ ਉਸ ਤੋਂ ਬਾਅਦ ਅਸੀਂ ਵਿਆਹ ਤੋਂ ਪਹਿਲੇ ਕਦੀ ਮਿਲੇ ਨਹੀਂ। ਵਿਆਹ ਤੋਂ ਪਹਿਲੇ ਕਦੀ ਨਹੀਂ। ਅੱਛਾ ਡਾਕਟਰ ਸਾਹਿਬ, ਰਾਜੂ ਜੀ ਤੁਸੀਂ ਸੋਸ਼ਲ ਵਰਕ ਕਰੋ। ਦੇਖੋ ਪਹਿਲੇ ਬੁਟੀਕ ਚਲਾਉਂਦੇ ਸੀਗੇ, ਤੁਸੀਂ ਉਹ ਬੰਦ ਕਰਤਾ। ਹੁਣ ਤੁਸੀਂ ਇੱਕ ਬੱਚਿਆਂ ਲਈ ਇੱਕ ਸਕੂਲ ਚਲਾ ਰਹੇ ਹੋ, ਜਿੱਥੇ ਮੈਂ ਉਹਦਾ ਇੱਕ ਵਾਰੀ ਅਸੀਂ ਕਵਰੇਜ ਵੀ ਕੀਤੀ ਸੀਗੀ ਵੀ ਦੇਖੋ ਇਹ ਆਈਡੀਆ ਤੁਹਾਨੂੰ ਕਿੱਥੋਂ ਆਇਆ? ਸੱਚੀ ਦੱਸਾਂ ਤੇ ਇਹ ਆਈਡੀਆ ਮੈਨੂੰ ਇਹ ਡਾਕਟਰ ਸਾਹਿਬ ਨੇ ਹੀ ਦਿੱਤਾ ਸੀਗਾ। ਜਦ ਮੈਂ ਬੁਟੀਕ ਬੰਦ ਕੀਤੀ ਤੇ ਮੇਰੇ ਕੋਲ ਸਾਰੀਆਂ ਮਸ਼ੀਨਸ ਤੇ ਪਈਆਂ ਹੋਈਆਂ ਸੀਗੀਆਂ, ਤੇ ਜਦ ਮੈਂ ਇਹਨਾਂ ਦਾ ਹਸਪੀਟਲ ਜੁਆਇਨ ਕੀਤਾ ਤੇ ਮੈਂ ਆਫਿਸ ਵਿੱਚ ਬੈਠੀ ਹੁੰਦੀ ਸੀਗੀ ਤੇ ਮੈਨੂੰ ਲੱਗਦਾ ਸੀਗਾ ਕਿ ਮੇਰੀ ਫੀਲਡ ਇਹ ਨਹੀਂ ਹੈ, ਬਟ ਮੈਂ ਕੁਝ ਆਫਟਰ ਆਲ ਕਰਨਾ ਚਾਹੁੰਦੀ ਹਾਂ। ਤੇ ਦੈਨ ਦੇ ਹੀ ਸੈਡ ਕਿ ਤੂੰ ਇੰਜ ਕਰ, ਇੱਥੇ ਹੀ ਸਟਾਰਟ ਕਰ ਲੈ, ਗਰੀਬ ਲੜਕੀਆਂ ਦੀ ਹੀ ਸੇਵਾ ਕਰਨਾ ਚਾਹੁੰਦੀ ਹੈ। ਫਿਰ ਮੈਂ ਉੱਥੇ ਇੱਕ ਕਮਰੇ ਦੇ ਵਿੱਚ ਸਟਾਰਟ ਕੀਤਾ ਸੀਗਾ। ਹਾਰਡਲੀ ਮੇਰੇ ਕੋਲ 10-12 ਲੜਕੀਆਂ ਸੀਗੀਆਂ ਚੈਰੀਟੇਬਲ, ਔਰ ਮੈਂ ਕੋਲੈਬੋਰੇਸ਼ਨ ਵਿਦ ਰੋਟਰੀ ਕਲੱਬ ਸਟਾਰਟ ਕੀਤਾ ਸੀ। ਹੁਣ ਤੱਕ ਕਿੰਨੀਆਂ ਬੱਚੀਆਂ ਨੂੰ ਤੁਸੀਂ ਉੱਥੇ ਟ੍ਰੇਨਿੰਗ ਦੇ ਚੁੱਕੇ ਹੋ? ਤੇ ਮੇਰਾ ਖਿਆਲ ਹੈ ਤੁਸੀਂ ਉਹ ਬੱਚੀਆਂ ਨੂੰ ਫਿਰ ਕੰਮ ਵੀ ਲੱਭ ਕੇ ਦਿੰਦੇ ਹੋ? ਹਾਂਜੀ, ਮੈਨੂੰ ਹੁਣ ਆਲਮੋਸਟ 12 ਸਾਲ ਹੋ ਗਏ ਨੇ। 12 ਸਾਲ? ਹਾਂਜੀ। ਔਰ ਇਹ ਇਕੱਲਾ ਇਹ ਟ੍ਰੇਨਿੰਗ ਨਹੀਂ ਦਿੰਦੇ, ਉਸ ਤੋਂ ਬਾਅਦ ਉਹਨਾਂ ਦੀ ਪਲੇਸਮੈਂਟਸ ਵੀ ਇਨ ਡਿਫਰੈਂਟ ਬੁਟੀਕਸ ਕਰਾ ਰਹੇ ਹਨ। ਔਰ ਇਸ ਵੇਲੇ ਬੜੀ ਸ਼ਹਿਰ ਦੀ ਬੜੀ ਅੱਛੇ ਬੁਟੀਕਸ ਵਿੱਚ ਇਹਨਾਂ ਦੀਆਂ ਟ੍ਰੇਨ ਕੀਤੀਆਂ ਜਿਹੜੀਆਂ ਲੜਕੀਆਂ ਨੇ ਉਹ ਕੰਮ ਕਰ ਰਹੀਆਂ ਨੇ। ਡਾਕਟਰ ਸਾਹਿਬ ਕਦੀ ਲੜਾਈ ਨਹੀਂ ਹੋਈ? ਸਰ, ਜੇ ਉਹ ਤੁਸੀਂ ਹਸਬੈਂਡ ਵਾਈਫ ਦਾ ਰਿਲੇਸ਼ਨ ਕਹੋਗੇ ਕਦੀ ਵਿੱਚ ਇਹੋ ਜਿਹੀ ਚੱਲਦੀ ਨਹੀਂ ਪਈ ਤੇ ਫਿਰ ਤਾਂ ਤੁਸੀਂ ਮੈਂ ਵੀ ਝੂਠ ਬੋਲਾਂਗਾ, ਤੁਸੀਂ ਵੀ ਸਮਝੋਗੇ ਮੈਂ ਵਾਕਈ ਮੈਂ ਨਹੀਂ ਸਹੀ ਕਹਿ ਰਿਹਾ। ਮਤਲਬ ਕਿਉਂ ਲੜਾਈ ਹੁੰਦੀ ਕਿਉਂ ਹੈ? ਸਰ, ਤੁਸੀਂ ਪਹਿਲਾਂ ਕੁਐਸਚਨ ਜਿਹੜਾ ਪੁੱਛਿਆ ਲਿਆ ਨਾ ਕਿ ਟਾਈਮ ਨਹੀਂ ਦਿੰਦੇ, ਬੇਸਿਕ ਮੁੱਦਾ ਉਹੀ ਜੇ ਕਿ ਬੀਇੰਗ ਏ ਸਰਜਨ ਇਟਸ ਅ ਡਿਮਾਂਡਿੰਗ ਬ੍ਰਾਂਚ। ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਮੈਂ ਕਿਸ ਲਈ ਘਰ ਆਣਾ, ਜੇ ਘਰ ਆ ਗਿਆ ਤੇ ਕਿਸ ਲਈ ਮੈਂ ਵਾਪਸ ਹਸਪੀਟਲ ਚਲਾ ਜਾਣਾ। ਮੈਂ ਸਰਜਰੀ ਕਰਕੇ ਆ, ਕੋਈ ਕੰਪਲਿਕੇਸ਼ਨ ਆ ਗਈ, ਮੈਡਮ ਤਿਆਰ ਬੈਠੇ ਨੇ, ਮੈਂ ਫੋਨ ਕਰਦਾ ਕਿ ਪੇਸ਼ੈਂਟ ਸੀਰੀਅਸ ਹੈਗਾ, ਮੈਂ ਅੱਜ ਫੰਕਸ਼ਨ ਤੇ ਨਹੀਂ ਜਾ ਸਕਦਾ, ਤੁਸੀਂ ਇਕੱਲੇ ਹੋ ਆਉਣਾ। ਤੇ ਇਹਨਾਂ ਨੇ ਤਾਂ ਜਾਣਾ ਨਹੀਂ, ਤੇ ਬਾਕੀ ਫਿਰ ਜਦੋਂ ਵਾਪਸ ਆਵਾਂਗੇ ਤਾਂ ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਆਏ ਹੋਏ ਹੋ। ਮਨਾਉਂਦੇ ਕਿਸ ਤਰ੍ਹਾਂ ਹੋ ਤੁਸੀਂ? ਮਨਾਉਂਦੇ ਹੋ ਕਿ ਫਿਰ? ਸਰ, ਇਹ ਤਾਂ ਦੇਖੋ ਹੁਣ ਜੇ ਮੇਰੀ ਗਲਤੀ ਹੈ ਤਾਂ ਮੈਂ ਹੀ ਮਨਾਊਂਗਾ, ਤੇ ਇਸ ਕਰਕੇ ਅਸੀਂ ਕਦੀ ਈਗੋ ਨਹੀਂ ਰੱਖੀ ਕਿ ਤੂੰ ਮਨਾਵੇ ਜਾਂ ਮੈਂ ਮਨਾਵੇ। ਅਲਟੀਮੇਟਲੀ ਜਦੋਂ ਸੋਣਾ ਮੈਂ ਤੇ ਸਲਾਹ ਕਰਕੇ ਸੋਣਾ ਮੈਂ। ਅੱਛਾ, ਮੈਂ ਲਵ ਮੈਰਿਜ ਤੁਸੀਂ ਦੇਖੋ ਕਹਿੰਦੇ ਵੀ ਲਵ ਕਮ ਮੈਰਿਜ ਸੀ, ਵੀ ਪ੍ਰਪੋਜ਼ ਮੈਂ ਉਹ ਵਿੱਚ ਸਵਾਲ ਰਹਿ ਗਿਆ ਮੇਰਾ, ਇਹ ਪ੍ਰਪੋਜ਼ ਕਿਵੇਂ ਕੀਤਾ ਤੁਸੀਂ? ਮਤਲਬ ਇਹਨੇ ਬਣਾਇਆ ਸਭ ਪ੍ਰਪੋਜ਼ ਨਹੀਂ ਕੀਤਾ ਅਸੀਂ। ਜਦੋਂ ਇਹਨਾਂ ਨੂੰ ਮੈਂ ਕਰ ਲਿਆ ਫਿਰ ਉਸ ਤੋਂ ਬਾਅਦ ਮੈਂ ਆਪਣੇ ਫੈਮਿਲੀ 'ਚ ਆ ਕੇ ਦੱਸਿਆ ਕਿ ਮੈਂ ਡਾਕਟਰ ਨਾਲ ਤਾਂ ਮੈਂ ਬਿਆਨ ਨਹੀਂ ਕਰਾਊਂਗਾ, ਐਂਡ ਆਈ ਹੈਵ ਗੋਟ ਅ ਗਰਲ ਹੂਮ ਆਈ ਲਾਈਕ ਬਟ ਆਈ ਹੈਵ ਨੈਵਰ ਮੈਟ ਹਰ। ਤੋ ਮੇਰੇ ਅੰਕਲ ਸੀ, ਉਹ ਫਿਰ ਉਹਨਾਂ ਨੇ ਕਿਹਾ ਕਿ ਚਲੋ ਮੈਂ ਪਤਾ ਕਰਦਾ ਉਹਨਾਂ ਦੀ ਫੈਮਿਲੀ ਬਾਰੇ। ਸੋ ਉਹ ਵਿੱਚ ਪੈ ਕੇ ਜਿਹਨੂੰ ਕਹਿੰਦੇ ਨਾ ਵਿਚੋਲਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਤੇ ਫਿਰ ਉਹਨਾਂ ਨੇ ਸਾਨੂੰ ਰਿਸ਼ਤਾ ਕਰਵਾਇਆ ਸਾਡਾ। ਡਾਕਟਰ ਸਾਹਿਬ, ਤੁਹਾਨੂੰ ਸਭ ਤੋਂ ਚੰਗੀ ਗੱਲ ਕਿਹੜੀ ਲੱਗਦੀ ਭਾਬੀ 'ਚ?
ਸਭ ਤੋਂ ਚੰਗੀ ਗੱਲ ਇਹਨਾਂ ਦੀ ਇਹ ਹੈ ਜੀ ਕਿ ਇਹਨਾਂ ਦਾ ਇੰਨਾ ਸੋਸ਼ਲ ਸਰਕਲ ਹੈ। ਇਹਨਾਂ ਨੂੰ ਮੈਂ ਘਰ ਆ ਕੇ ਕਹਾਂਗਾ ਜੀ ਕਿ ਮੈਰਿਜ ਪਾਰਟੀ ਤੇ ਜਾਣਾ, ਸ਼ੀ ਵਿਲ ਸੇ ਤੁਸੀਂ ਇਕੱਲੇ ਹੋ ਆਓ, ਜਾਂ ਮੇਰਾ ਅੱਜ ਮੂਡ ਨਹੀਂ ਹੈ। ਕਿ ਕਿਸੇ ਦੇ ਭੋਗ ਤੇ ਜਾਣਾ ਵਾ, ਸ਼ੀ ਵਿਲ ਗੋ। ਮਤਲਬ ਦੁੱਖ ਤੇ ਜਾਣਾ, ਦੁੱਖ ਤੇ ਜਾਣਾ, ਸੁੱਖ ਤੇ ਜਾਵੇ ਨਾ ਜਾਵੇ। ਤੇ ਸਭ ਕੋਈ ਘਰ 'ਚ ਬਿਮਾਰ ਹੈ, ਕੋਈ ਹਸਪੀਟਲ ਐਡਮਿਟਡ ਹੈ, ਕੋਈ ਫਰੈਂਡ ਹੈ, ਮੇਰਾ ਕੋਈ ਰਿਲੇਟਿਵ ਹੈ, ਸ਼ੀ ਵਿਲ ਬੀ ਦੇਅਰ ਇਨ ਸਪਾਈਟ ਆਫ ਦਾ ਫੈਕਟ ਕਿ ਸ਼ੀ ਨੇ ਕਿਤੇ ਹੋਰ ਵੀ ਜਾਣਾ ਹੋਵੇ। ਮਤਲਬ ਸ਼ੀ ਇਜ਼ ਸੋ ਕਾਈਂਡ ਹਾਰਟਡ ਕਿ ਕੋਈ ਵੀ ਕਿਸੇ ਦਾ ਦੁੱਖ ਹੋਏਗਾ ਉਹਨੂੰ ਸ਼ੇਅਰ ਕਰ ਲੇਗੀ। ਸੁੱਖ ਭਾਵੇਂ ਕਹਿੰਦੀ ਕੋ ਤਾਂ ਸੁੱਖ ਤਾਂ ਸਾਰੇ ਹੀ ਹੁੰਦੇ ਨੇ। ਚੰਗੀ ਤੇ ਫਟਾਫਟ ਦੱਸਦੀ, ਹੁਣ ਕੋਈ ਬੁਰੀ ਗੱਲ ਵੀ ਦੱਸੋ। ਬੁਰੀ ਗੱਲ ਤਾਂ ਇਹਨਾਂ 'ਚ ਮੈਨੂੰ ਹੁਣ ਜੇ ਕਹਾਂ ਸਿਰਫ ਇਹ ਹੈ ਕਿ ਜਰਾ ਗੁੱਸਾ ਜਲਦੀ ਖਾ ਜਾਂਦੇ ਨੇ। ਚਲੋ ਬਾਬੂ ਜੀ ਗੁੱਸਾ ਨਾ ਖਾਇਆ ਕਰੋ। ਹੁਣ ਸੇਮ ਕੁਐਸਚਨ ਤੁਹਾਨੂੰ ਹੈ, ਤੁਹਾਨੂੰ ਡਾਕਟਰ ਸਾਹਿਬ ਚੰਗੀ ਗੱਲ ਕਿਹੜੀ ਲੱਗਦੀ ਹੈ? ਭੁੱਲ ਜਾਂਦੇ ਨੇ। ਭੁੱਲ ਛੇ ਜਾਂਦੇ। ਮਤਲਬ ਭੁਲੱਕੜ ਹੈ। ਭੁਲੱਕੜ ਹੈ ਤੇ ਫਿਰ ਉਹ ਹਰ ਇੱਕ ਚੀਜ਼ ਵਿੱਚ। ਮਤਲਬ ਇਹ ਹੈਗਾ ਵੈ ਕਿ ਅਗਰ ਮੈਂ ਕੋਈ ਗੱਲ ਕਹਿੰਦੀ ਹਾਂ ਉਹ ਵੀ ਭੁੱਲ ਜਾਂਦੇ ਨੇ। ਅਗਰ ਇਹ ਕਹਾਂ ਕਿ ਮੇਰਾ ਹੀ ਵੀ ਗੁੱਸਾ ਵੀ ਛੇਤੀ ਭੁੱਲ ਜਾਂਦੇ ਨੇ। ਪੋਜ਼ਿਟਿਵ ਵੀ ਹੈ, ਸਰ ਦੋਨੋਂ ਪੋਜ਼ਿਟਿਵ ਹੀ ਹੈ ਨਾ, ਕਿ ਗੁੱਸਾ ਜਿਹੜਾ ਹੈਗਾ ਉਹ ਵੀ ਭੁੱਲ ਜਾਂਦੇ ਨੇ। ਤੇ ਬੁਰੀ ਗੱਲ ਕਿਹੜੀ ਲੱਗਦੀ ਤੁਹਾਨੂੰ ਇਹਨਾਂ 'ਚ? ਬੁਰੀ ਗੱਲ ਇਹ ਹੈਗੀ ਹੈ ਮਾਫੀ ਤੇ ਮੰਗਦੇ ਰਹਿੰਦੇ ਨੇ ਪਰ ਗਲਤੀਆਂ ਵੀ ਫਿਰ ਦੁਬਾਰਾ ਕਰਦੇ ਨੇ। ਸੌਰੀ ਵਰਡ ਤੇ ਹੈ, ਹਮੇਸ਼ਾ ਸੌਰੀ ਮੰਗਣੀ ਦੇਖੋ ਹੈ। ਇੱਕ ਚੰਗੇ ਹਸਬੰਡ ਦੀ ਕਿ ਇਹ ਜਿਹੜੀ ਹੈ ਨਾ ਹੁਣ ਖਤਮ ਕਰੋ ਵੀ ਅੱਜ ਵੀ ਮੰਗਣੀ ਤੇ ਕੱਲ ਵੀ ਮੰਗਣੀ। ਇਹ ਤਾਂ ਚੰਗਾ ਵੀ ਅੱਜ ਹੀ ਮੰਗ ਕੇ ਗੱਲ ਖਤਮ ਕਰੀ ਦੀ ਜੇ ਜਲਦੀ, ਲਮਕਾਣਾ ਨਹੀਂ ਹੈ ਗੱਲ। ਲਮਕਾਉਂਦੇ ਨਹੀਂ ਹੈ। ਡਾਕਟਰ ਸਾਹਿਬ ਕੋਈ ਇਸ ਤਰ੍ਹਾਂ ਦੀ ਘਟਨਾ ਜੀਵਨ 'ਚ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀ ਹੋਵੇ ਜਾਂ ਰੋਮਾਂਚਿਤ ਕਰਦੀ ਹੋਵੇ, ਤੁਹਾਨੂੰ ਯਾਰ ਇਸ ਤਰ੍ਹਾਂ ਮੇਰੀ ਜ਼ਿੰਦਗੀ 'ਚ ਇਹ ਚੀਜ਼ ਟਰਨਿੰਗ ਪੁਆਇੰਟ ਹੈ, ਜਾਂ ਇਹ ਚੀਜ਼ ਜਿਹੜੀ ਕੁਛ ਐਸੀ ਘਟਨਾ ਹੁੰਦੀ ਜਿਹਨੂੰ ਤੁਸੀਂ ਬਾਰ-ਬਾਰ ਯਾਦ ਕਰਦੇ ਹੋ? ਦੇਖੋ ਭੰਡਾਰੀ ਸਾਹਿਬ, ਇਸ ਤਰ੍ਹਾਂ ਦੀ ਤਾਂ ਘਟਨਾ ਬੜੀਆਂ ਨੇ। ਜੇ ਮੈਂ ਐਸੇ ਲਾਈਨ ਤੇ ਆ ਜਾਂ ਦੁਬਾਰਾ ਕਿ ਮੈਂ ਡਾਕਟਰ ਬਣਨਾ ਸੀ ਜਾਂ ਨਹੀਂ ਬਣਨਾ ਸੀ, ਮੈਂ ਸਕੂਲ ਵਿੱਚ ਹੁੰਦਾ ਸੀ ਤੇ ਮੇਰੇ ਇੱਕ ਟੀਚਰ ਸੀ ਜਿਹੜੇ ਸਾਨੂੰ ਇੰਗਲਿਸ਼ ਪੜ੍ਹਾਉਂਦੇ ਸੀ, ਨਾਲ ਉਹ ਸਾਇੰਸ ਵੀ ਪੜ੍ਹਾਉਂਦੇ ਸੀ। ਤੇ ਉਹ ਇੱਕ ਦਿਨ ਮੇਰੇ ਕੋਲ ਆ ਕੇ ਕਹਿੰਦੇ ਕਿ ਬੇਟਾ ਤੂੰ ਬਣਨਾ ਕੀ ਹੈ? ਮੈਂ ਕਿਹਾ ਜੀ ਮੈਂ ਤਾਂ ਡਾਕਟਰ ਬਣਨਾ। ਕਹਿੰਦੇ ਪਰ ਬੇਟਾ ਤੇਰੀ ਤਾਂ ਸਾਇੰਸ ਵੀ ਵੀਕ ਹੈ ਤੇ ਤੇਰਾ ਕੋਈ ਇੰਗਲਿਸ਼ ਵੀ ਗੱਡੀ ਜ਼ਿਆਦਾ ਨਹੀਂ ਹੈ, ਤੋ ਮੈਂ ਤੁਹਾਨੂੰ ਇੱਕ ਸਲਾਹ ਦਾਂਗਾ, ਤੂੰ ਕੋਈ ਛੋਟਾ ਮੋਟਾ ਬਿਜ਼ਨਸ ਕਰ ਲੈ ਤੇ ਇਹ ਜਿਹੜਾ ਨਾ ਇਹ ਡਾਕਟਰੀ ਵੱਲ ਨਾ ਪਈ। ਸੋ ਮੈਂ ਤਾਂ ਜੀ ਉਸ ਵੇਲੇ ਬੜਾ ਡਿਸਹਾਰਟਨ ਹੋ ਗਿਆ ਕਿ ਮੇਰਾ ਤਾਂ ਪੈਸ਼ਨ ਹੈ ਡਾਕਟਰ ਬਣਨਾ, ਬਟ ਅਲਟੀਮੇਟਲੀ ਚਲੋ ਮੈਂ ਕਰ ਗਿਆ, ਮੈਡੀਕਲ ਕਾਲਜ ਵੀ ਚਲੇ ਗਏ, ਡਾਕਟਰ ਵੀ ਬਣ ਗਏ, ਹਸਪੀਟਲ ਵੀ ਖੋਲ੍ਹਿਆ। ਐਂਡ ਦੈਨ ਵਨ ਫਾਈਨ ਡੇ ਮੈਂ ਆਪਣੇ ਕਮਰੇ 'ਚ ਬੈਠਾ ਸੀ ਤੇ ਮੇਰੀ ਸਟਾਫ ਨੇ ਮੈਨੂੰ ਕਹਿੰਦੇ ਇੱਕ ਪੇਸ਼ੈਂਟ ਬੜਾ ਸੀਰੀਅਸ ਆਏ ਨੇ, ਓਲਡ ਏਜ ਨੇ, ਤੁਸੀਂ ਦੇਖਣਾ ਜਾ ਕੇ ਬਾਹਰ ਜਿਹੜਾ। ਐਂਡ ਭੰਡਾਰੀ ਸਾਹਿਬ ਯਕੀਨ ਮੰਨਣਾ, ਜਦੋਂ ਮੈਂ ਉੱਥੇ ਗਿਆ ਤੇ ਉਹੀ ਸਰ ਮੇਰੇ ਇਨ ਅ ਵੈਰੀ ਸੀਰੀਅਸ ਕੰਡੀਸ਼ਨ, ਹੀ ਵਾਜ਼ ਲਾਇੰਗ ਔਨ ਦਾ ਬੈੱਡ। ਉਦੋਂ ਮੈਂ ਤਾਂ ਤੁਹਾਨੂੰ ਪਤਾ ਕੋਈ ਇੰਨਾ ਆਈ ਵਾਜ਼ ਨਾਟ ਐਨ ਆਊਟਸਟੈਂਡਿੰਗ ਸਟੂਡੈਂਟ। ਤਾਂ ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਮੈਂ ਪਹਿਚਾਣ ਲਿਆ ਉਹਨਾਂ ਨੂੰ। ਮੈਂ ਟ੍ਰੀਟਮੈਂਟ ਦੇ ਕੇ ਜਦੋਂ ਥੋੜ੍ਹੇ ਠੀਕ ਹੋ ਗਏ ਤਾਂ ਮੈਂ ਕਿਹਾ ਸਰ ਮੈਂ ਸਟੂਡੈਂਟ ਹਾਂ ਤੁਹਾਡਾ, ਔਰ ਤੁਸੀਂ ਮੈਨੂੰ ਮਨਾ ਕੀਤਾ ਸੀ ਕਿ ਡਾਕਟਰ ਨਾ ਬਣੀ, ਪਰ ਮੈਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਡਾਕਟਰ ਬਣ ਗਿਆ ਵਾਂ। ਤੇ ਇਹ ਸਭ ਤੁਹਾਡੀ ਇੱਕ ਹੈਗੀ ਸੀ ਕਿ ਮੈਂ ਉਦੋਂ ਇੱਕ ਠਾਣ ਲਿਆ ਸੀ ਕਿ ਜੇ ਸਰ ਨੇ ਕਿਹਾ ਨਹੀਂ ਬਣਨਾ, ਹੁਣ ਮੈਂ ਕਰਕੇ ਦਿਖਾਊਂਗਾ, ਮੈਂ ਬਣ ਕੇ ਦਿਖਾਊਂਗਾ। ਔਰ ਇੱਕ ਚਲੋ ਤੁਸੀਂ ਕਹਿ ਲਓ ਕਿ ਮੇਰੀ ਇੱਕ ਵਿਲ ਪਾਵਰ ਹੈ, ਜਾਂ ਮੈਨੂੰ ਕਹੋ ਕਿ ਪਰਮਾਤਮਾ ਦੀ ਦੇਣ ਹੈ ਕਿ ਜੇ ਮੈਂ ਇੱਕ ਕੰਮ ਕਰਨ ਦੀ ਸੋਚ ਲਈ ਹੈ ਨਾ ਫਿਰ ਮੈਂ ਕਰਨੀ ਹੈ। ਮੈਂ ਨੌਕਰੀ 8 ਸਾਲ ਕੀਤੀ, 8 ਸਾਲ ਤੋਂ ਬਾਅਦ ਮੈਂ ਜੌਬ 'ਚੋਂ ਰਿਜ਼ਾਈਨ ਕਰਤਾ। ਮੈਨੂੰ ਲੋਕਾਂ ਨੇ ਕਿਹਾ ਕਿ PCMS ਵਰਗੀ ਰੈਗੂਲਰ ਪੈਨਸ਼ਨੇਬਲ ਜੌਬ ਕੌਣ ਛੱਡਦਾ ਵਾ? ਮੈਂ ਕਿਹਾ ਨਹੀਂ, ਛੋੜਤੀ। ਛੱਡ ਕੇ ਮੈਂ ਆਪਣਾ ਹਸਪੀਟਲ ਖੋਲ੍ਹ ਲਿਆ ਵਿਦਆਊਟ ਐਨੀ ਕਲਾਇੰਟੇਜ, ਵਿਦਆਊਟ ਐਨੀ ਬੈਕਅਪ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੇਰੀ ਫੈਮਿਲੀ 'ਚ ਨਹੀਂ ਹੈ ਕੋਈ। ਸੋ ਆਈ ਲਵ ਟੇਕਿੰਗ ਅਪ ਚੈਲੰਜਸ। ਉਹ ਜਦੋਂ ਚੈਲੰਜ ਲੈ ਆ ਤਾਂ ਫਿਰ ਪਿੱਛੇ ਨਹੀਂ ਮੁੜ ਕੇ ਦੇਖਣਾ, ਫਿਰ ਜੇ ਚੱਲ ਪਏ ਤਾਂ ਚੱਲ ਪਏ। ਦੇਖੋ ਡਾਕਟਰ ਸਾਹਿਬ, ਤੁਸੀਂ ਤਾਂ ਸੋਚ ਲਿਆ ਸੀ ਕਿ ਮੈਂ ਕਿਸੇ ਡਾਕਟਰ ਨਾਲ ਵਿਆਹ ਨਹੀਂ ਕਰਾਉਣਾ ਤੇ ਤੁਸੀਂ ਚਲੋ ਇਹਨਾਂ ਨੂੰ ਪਸੰਦ ਕੀਤਾ, ਤੇ ਤੁਸੀਂ ਕਦੀ ਸੋਚਿਆ ਸੀ ਕਿ ਮੈਂ ਡਾਕਟਰ ਨਾਲ ਵਿਆਹ ਕਰਾਉਂਗੀ? ਜਾਂ ਨਹੀਂ, ਮੈਂ ਡਾਕਟਰ ਤੋਂ ਬਹੁਤ ਡਰਦੀ ਸੀ। ਹੁਣੇ ਤੁਹਾਡੇ ਕੋਲ ਡਰਦੇ ਆ? ਟਾਈਮ ਦੀ ਗੱਲ ਹੈ। ਪਤਾ ਨਹੀਂ, ਇੱਕ ਬੜੀ ਮਜ਼ੇ ਵਾਲੀ ਗੱਲ ਦੱਸਾਂ। ਜਦੋਂ ਮੈਨੂੰ ਪਹਿਲੀ ਵਾਰੀ ਦੇਖਣ ਆਏ ਸੀ ਨਾ ਤੇ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਰਾਜੂ ਤੈਨੂੰ ਇੱਕ ਗੱਲ ਦੱਸਾਂ, ਤੂੰ ਅਗਰ ਮੈਨੂੰ ਕਹੇ ਕਿ ਮੈਂ ਤੈਨੂੰ ਲਵ ਲੈਟਰਸ ਲਿਖਾਂ ਤੇ ਮੇਰੇ ਕੋਲ ਟਾਈਮ ਨਹੀਂ ਹੈ ਤੇ ਨਾ ਹੀ ਮੈਂ ਲਿਖ ਸਕਦਾ, ਪਰ ਜਦ ਇਹ ਅੱਜ ਲਿਖਦੇ ਨੇ ਤੇ ਮੈਨੂੰ ਆਪਣਾ ਉਹ ਟਾਈਮ ਯਾਦ ਆਉਂਦਾ ਹੈ। ਔਰ ਥਰੂ ਆਊਟ ਕਦੀ ਨਾ ਇਹਨਾਂ ਨੇ ਮੈਨੂੰ ਲਵ ਲੈਟਰਸ ਲਿਖੇ ਕਿਉਂਕਿ ਇਹਨਾਂ ਕੋਲ ਟਾਈਮ ਨਹੀਂ ਸੀ, ਪਰ ਅੱਜ ਮੈਂ ਖੁਸ਼ ਹਾਂ ਕਿ ਚਲੋ ਅੱਜ ਮੇਰੀ ਬਦੌਲਤ ਹੈ ਲਿਖਣਾ ਜਾ ਰਹੇ ਨੇ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਵੀ ਕਰੋਨਾ ਕਾਲ ਦੇ ਵਿੱਚ ਡਾਕਟਰ ਸਾਹਿਬ ਨੇ ਇੱਕ ਲਿਖਣਾ ਸ਼ੁਰੂ ਕੀਤਾ ਸੀਗਾ, ਇੱਕ ਮਾਰਨਿੰਗ ਮਿਊਜ਼ਿੰਗ ਲਿਖਦੇ ਸੀਗੇ। ਹੁਣ ਉਹਦੀ ਕਿਤਾਬ ਛਪ ਗਈ। ਇਹਨਾਂ ਦੇ ਦੋਨੋਂ ਬੇਟੇ ਜਿਹੜੇ ਨੇ ਉਹ ਵੀ ਡਾਕਟਰ ਹੀ ਨੇ। ਅੱਛਾ, ਰੋਲ ਮਾਡਲ ਕੌਣ ਹੈ ਤੁਹਾਡਾ? ਰੋਲ ਮਾਡਲ ਜੇ ਮੈਂ ਡਾਕਟਰੀ ਲਾਈਨ ਤੇ ਲੈ ਕੇ ਚੱਲਾਂਗਾ ਤੇ ਮੇਰੇ ਚਾਚਾ ਜੀ ਨੇ, ਹੀ ਇਜ਼ ਅ ਡਾਕਟਰ।
ਮੇਰੀ ਗ੍ਰੈਂਡ ਮਦਰ ਸ਼ੀ ਵਾਂਟਡ ਮੀ ਟੂ ਬੀ ਅ ਡਾਕਟਰ, ਮਾਈ ਮਦਰ ਵਾਂਟਡ ਮੀ ਡਾਕਟਰ। ਮੇਰੇ ਫਾਦਰ ਵਾਸ ਵੈਰੀ ਹੈਪੀ ਜਦੋਂ ਮੈਨੂੰ ਇੰਜੀਨੀਅਰਿੰਗ ਸੀਟ ਮਿਲੀ, ਬਿਕੋਜ਼ ਹੀ ਐਜ਼ ਐਨ ਇੰਜੀਨੀਅਰ ਹੀ ਵਾਂਟਡ ਹਿਸ ਸਨ ਟੂ ਬੀ ਐਨ ਇੰਜੀਨੀਅਰ। ਬਟ ਉਸ ਤੋਂ ਬਾਅਦ ਡਾਕਟਰ ਬਣ ਗਏ ਤੇ ਔਰ ਫੈਮਿਲੀ ਦੀ ਬਹੁਤ ਸਪੋਰਟ ਰਹੀ ਥਰੂ ਆਊਟ। ਡਾਕਟਰ ਸਾਹਿਬ, ਇਸ ਮੁਕਾਮ ਤੇ ਪਹੁੰਚੇ ਹੋ ਤੁਸੀਂ, ਦੇਖੋ ਭਗਵਾਨ ਨੇ ਸਭ ਕੁਝ ਦਿੱਤਾ ਹੈ, ਬੱਚੇ ਡਾਕਟਰ ਬਣ ਗਏ ਹੈ ਤੇ ਕੁਝ ਹੋਰ ਮਤਲਬ ਤੁਸੀਂ ਜੇ ਕੀ ਮਤਲਬ ਤੁਸੀਂ ਹੋਰ ਕੁਝ ਚਾਹੁੰਦੇ ਹੋ ਭਗਵਾਨ ਕੋਲ ਕੁਝ? ਭੰਡਾਰੀ ਸਾਹਿਬ, ਵਟ ਆਈ ਫੀਲ ਕਿ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ ਜੀ। ਜਿੱਥੇ ਬੰਦਾ ਸੈਟੀਸਫੈਕਟਰੀ ਲਾਈਨ ਡਰਾ ਕਰ ਲੇਗਾ ਉੱਥੇ ਹੀ ਖੁਸ਼ੀ ਹੈ। ਐਂਡ ਆਈ ਥਿੰਕ ਆਈ ਹੈਵ ਰੀਚ ਦੈਟ ਸੈਚੂਰੇਸ਼ਨ ਪੁਆਇੰਟ ਜਿੱਥੇ ਮੈਂ ਫੀਲ ਕਰਦਾ ਵਾਂ ਕਿ ਆਈ ਹੈਵ ਗੇਨਡ ਪ੍ਰੋਫੈਸ਼ਨਲੀ, ਪਰਸਨਲੀ ਐਂਡ ਪਰਮਾਤਮਾ ਦੀ ਮਿਹਰ ਹੈ ਕਿ ਫੈਮਿਲੀ ਵਾਈਜ਼ ਸਭ ਕੁਝ ਠੀਕ ਹੈ। ਤੋ ਆਈ ਥਿੰਕ ਇੱਥੇ ਇੱਕ ਲਾਈਨ ਡਰਾ ਕੀਤੀ ਹੋਈ ਹੈ ਤੇ ਇੱਥੇ ਹੀ ਮੈਂ ਖੁਸ਼ ਹਾਂ। ਬਾਕੀ ਤਾਂ ਇੱਥੋਂ ਅੱਗੇ ਹੁਣ ਮੈਂ ਸੋਚਾਂਗਾ ਕਿ ਮੈਂ ਹੁਣ ਅੰਬਾਨੀ ਬਣਨਾ ਵਾ, ਅਡਾਨੀ ਬਣਨਾ ਵਾ, ਨਹੀਂ, ਅਸੀਂ ਜਿੱਥੇ ਹੈਗੇ ਉੱਥੇ ਹੀ ਬਹੁਤ ਵਧੀਆ ਹੈਗੇ, ਖੁਸ਼ ਹੈਗੇ। ਮੌਕਾ ਮਿਲੇ ਤੇ ਡਾਕਟਰ ਸਾਹਿਬ ਸ਼ਹਿਰ, ਸਮਾਜ ਤੇ ਦੇਸ਼ ਲਈ ਕੀ ਕਰਨਾ ਚਾਹੋਗੇ? ਦੇਖੋ, ਸ਼ਹਿਰ ਲਈ, ਦੇਸ਼ ਲਈ ਬਹੁਤ ਕੁਝ ਆਉਂਦਾ ਦਿਮਾਗ 'ਚ। ਜੋ ਆਪਣਾ ਸਿਸਟਮ ਇਸ ਵੇਲੇ ਚੱਲ ਰਿਹਾ ਹੈ ਸੋਸ਼ੀਓ ਇਕਨੋਮਿਕਲੀ, ਪੋਲੀਟੀਕਲੀ, ਜਿਸ ਪਲੇਟਫਾਰਮ ਤੇ ਵੀ ਮੈਂ ਜਾਂਦਾ ਹਾਂ ਆਪਣੀ ਵੱਲੋਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਸਮਾਜ ਦੀ ਸੇਵਾ ਕਰ ਸਕਾਂ। ਆਪਣੇ ਜਿੰਨੇ ਕੁ ਵੀ ਜੋਗਾ ਹੈਗਾ ਵਾਂ, ਜਿਸ ਲੈਵਲ ਤੇ ਵੀ ਮੈਂ ਕਰ ਸਕਦਾ ਮੈਂ ਕੋਸ਼ਿਸ਼ ਕਰਦਾ ਕਿ ਕਰਾਂ। ਬਟ ਅਗੇਨ ਦੇਰ ਆਰ ਮੈਨੀ ਲਿਮਿਟੇਸ਼ਨਸ ਬਿਕੋਜ਼ ਆਫ ਸਿਸਟਮ ਜਿਸ ਤਰ੍ਹਾਂ ਦਾ ਆਪਣਾ ਇੰਡੀਆ ਦਾ ਚੱਲ ਰਿਹਾ ਵਾ। ਸੋ ਆਪਣੇ ਲੈਵਲ ਤੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰੀਦੀ ਹੈ ਕਿ ਕਿਸੇ ਐਜ਼ ਏ ਡਾਕਟਰ ਜੇ ਕੋਈ ਮੇਰੇ ਕੋਲ ਪੇਸ਼ੈਂਟ ਆਉਂਦਾ ਵਾ, ਜੇ ਕੋਈ ਅਫੋਰਡਿੰਗ ਨਹੀਂ ਹੈ ਤਾਂ ਆਈ ਟਰਾਈ ਟੂ ਕਿ ਉਹਦੀ ਘੱਟ ਰੇਟਸ ਵੀ ਸਰਜਰੀ ਕਰਦਾ, ਜਾਂ ਉਹਦੇ ਕੋਲ ਜੇ ਬਿੱਲ ਨਹੀਂ ਹੈ ਤੁਹਾਨੂੰ ਛੱਡ ਵੀ ਦਿੰਦਾ ਵਾਂ। ਜੇ ਕਿਸੇ ਦਾ ਫੋਨ ਆ ਗਿਆ ਕਿ ਜੀ ਇਹ ਆਪਣਾ ਪੇਸ਼ੈਂਟ ਦੀ ਅਫੋਰਡੇਬਿਲਿਟੀ ਨਹੀਂ ਹੈ, ਆਈ ਮੇਕ ਇਟ ਸ਼ੋਰ ਕਿ ਪੇਸ਼ੈਂਟ ਸ਼ੁੱਡ ਬੀ ਟਰੀਟਡ, ਹੀ ਸ਼ੁੱਡ ਗੋ ਵੈਲ ਐਟ ਹੋਮ ਇਰਰਿਸਪੈਕਟਿਵ ਆਫ ਫਾਈਨੈਂਸ਼ੀਅਲ ਸਟੇਟਸ। ਰਾਜੂ ਜੀ, ਤੁਸੀਂ ਦੇਖੋ ਸੋਸ਼ਲ ਵਰਕਰ ਵੀ ਹੋ, ਆਪਣਾ ਇੱਕ ਸਕਿੱਲ ਸੈਂਟਰ ਵੀ ਚਲਾ ਰਹੇ ਹੋ, ਤੁਸੀਂ ਬਹੁਤ ਸਾਰੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਹੋ। ਸਵਾਲ ਫਿਰ ਤੁਹਾਨੂੰ ਹੈ, ਤੁਹਾਨੂੰ ਮੌਕਾ ਮਿਲੇ ਤੇ ਸਮਾਜ ਲਈ ਕੀ ਕਰਨਾ ਚਾਹੋਗੇ? ਦੇਖੋ, ਮੈਂ ਉਹਦੇ 'ਚ ਹੈ ਵੀ ਅੱਜ ਕੱਲ੍ਹ ਤਾਂ ਲੋਕ ਬੜਾ ਸਿਸਟਮ ਨੂੰ ਕੋਸਦੇ ਰਹਿੰਦੇ ਆ ਵੀ ਫਲਾਣੀ ਸਰਕਾਰ ਨੇ ਕੱਖ ਨਹੀਂ ਕੀਤਾ, ਉਹਨੇ ਕੱਖ ਨਹੀਂ ਕੀਤਾ। ਤੁਹਾਨੂੰ ਮੌਕਾ ਮਿਲੇ ਤੇ ਕੀ ਕਰੋਗੇ? ਦੇਖੋ, ਮੈਂ ਲੜਕੀਆਂ ਲਈ ਕੁਝ ਕਰਨਾ ਚਾਹੁੰਦੀ ਹਾਂ, ਬਟ ਮੈਨੂੰ ਹਾਲੇ ਕੁਝ ਨਜ਼ਰ ਨਹੀਂ ਆ ਰਿਹਾ ਕਿਉਂਕਿ ਕੋਈ ਹੈਲਪ ਆਊਟ ਨਹੀਂ ਹੈ। ਕਿਸ ਤਰ੍ਹਾਂ ਦੀ ਹੈਲਪ ਆਊਟ ਤੁਸੀਂ ਦੇਖੋ ਚਾਹੁੰਦੇ ਹੋ? ਉਹਨਾਂ ਨੂੰ ਕੁਝ ਨਾ ਕੁਝ ਤੇ ਪਲੇਟਫਾਰਮ ਮਿਲਣਾ ਚਾਹੀਦਾ ਹੈਗਾ ਵੈ ਜਿਸ 'ਚ ਲੜਕੀਆਂ ਨੂੰ ਸਿਖਲਾਈ ਦੀ ਕੋਈ ਪਲੇਟਫਾਰਮ ਮਿਲ ਜਾਵੇ। ਹੁਣ ਅੱਜ ਤੋਂ ਵੀ ਮੇਰੇ ਕੋਲ 20-25 ਲੜਕੀਆਂ ਹੈਗੀਆਂ ਨੇ, ਮੈਂ ਸਿਖਾ ਤੇ ਦਿੰਦੀ ਹਾਂ, ਪਰ ਉਹਨਾਂ ਨੂੰ ਇੰਨਾ ਨਹੀਂ ਐਕਸਪੋਜ਼ਰ ਮਿਲਦਾ ਜਿੰਨਾ ਕਿ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਮੈਂ ਕਿੰਨਾ ਕੁ 2 ਜਾਂ 3 ਜਾਂ 4 ਲੜਕੀਆਂ, ਪਰ ਬਾਕੀ ਜਿਹੜੀਆਂ 25-30 ਰਹਿ ਜਾਂਦੀਆਂ ਨੇ ਉਹਨਾਂ ਨੂੰ ਤੇ ਕੁਝ ਨਾ ਕੁਝ ਪਲੇਟਫਾਰਮ ਤੇ ਮਿਲਣਾ ਚਾਹੀਦਾ ਹੈ ਨਾ। ਸੋ ਮੇਰੀ ਸਰਕਾਰ ਨੂੰ ਇਹੋ ਹੀ ਹੈਗੀ ਹੈ ਕਿ ਕੁਝ ਤੇ ਗਰੀਬ ਲੜਕੀਆਂ ਲਈ ਹੋਣਾ ਚਾਹੀਦਾ ਹੈਗਾ ਵੈ। ਕੁਝ ਇਹੋ ਜਿਹੇ ਸੈਂਟਰ ਹੋਣੇ ਚਾਹੀਦੇ ਹੈ ਕਿ ਜਿੱਥੇ ਲੜਕੀਆਂ ਜਿਹੜੀਆਂ ਕਿ ਟ੍ਰੇਨਿੰਗ ਲੈ ਕੇ ਚਲੀ ਗਈਆਂ, ਜਿਹੜੀਆਂ ਕਿ ਵੈਲ ਵਰਸਡ ਵਿਦ ਮਸ਼ੀਨਸ ਹੈਗੀਆਂ ਵਾ, ਕੋਈ ਇਹੋ ਜਿਹੇ ਸੈਂਟਰ ਖੁੱਲ੍ਹੇ ਹੋਣ ਜਿੱਥੇ ਕਿ ਉਹਨਾਂ ਨੂੰ ਸਰਕਾਰ ਮੌਕਾ ਦੇਵੇ ਕਿ ਉਹ ਆ ਕੇ ਕੰਮ ਕਰਨ, ਉਹਨਾਂ ਨੂੰ ਇੱਕ ਰੋਜ਼ੀ ਰੋਟੀ ਦਾ ਜ਼ਰੀਆ ਬਣ ਸਕੇ। ਸਰ, ਸਿਰਫ ਲੜਕੀਆਂ ਲਈ ਕਿਉਂ? ਲੜਕਿਆਂ ਲਈ ਕਿਉਂ ਨਹੀਂ? ਲੜਕੀਆਂ ਲਈ ਵੀ ਜ਼ਰੂਰੀ ਹੈ। ਲੜਕੀਆਂ ਤਾਂ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਜਿਸ ਤਰ੍ਹਾਂ ਜਿਸ ਏਰੀਆ ਵਿੱਚ ਇਹ ਕਰ ਰਹੀ ਹੈ, ਆਪਣਾ ਸਿਖਾ ਰਹੀ ਹੈ, ਉੱਥੇ ਹਸਬੈਂਡ ਵਾਈਫ ਜਾਂ ਪੇਰੈਂਟਸ ਜਾਂ ਉਹਨਾਂ ਦੇ ਬੱਚੇ ਸਾਰੇ ਰਲ ਕੇ ਕੰਮ ਕਰਨਗੇ ਤੇ ਉਹ 2 ਵਕਤ ਦੀ ਰੋਟੀ ਖਾਂਦੇ ਪਏ ਨੇ। ਆਦਮੀ ਨੂੰ ਤਾਂ ਅਸੀਂ ਟੇਕਨ ਫॉर ਗ੍ਰਾਂਟਡ ਲੈ ਕੇ ਚੱਲਦੇ ਹਾਂ ਕਿ ਜਾਏਗਾ, ਕੰਮ ਕਰੇਗਾ, ਚਾਹੇ ਉਹ ਹਾਰਡ ਵਰਕ ਕਰਦਾ, ਚਾਹੇ ਉਹ ਸੌਫਟਵੇਅਰ ਇੰਜੀਨੀਅਰ ਜਾਂ ਸਮਥਿੰਗ ਲਾਈਕ, ਉਹਨੇ ਤਾਂ ਕਮਾਉਣਾ। ਬਟ ਲੜਕੀਆਂ ਨੂੰ ਵੀ ਆਪਣੇ ਪੈਰਾਂ 'ਤੇ ਖੜੇ ਕਰਨਾ, ਔਰ ਦੋਨੋਂ ਹਸਬੈਂਡ ਵਾਈਫ ਐਜ਼ ਏ ਕਪਲ ਜਦੋਂ ਕਮਾਉਣਗੇ ਤਾਂ ਹੀ ਗੱਡੀ ਚੱਲਦੀ ਪਈ ਅੱਜ ਦੀ ਡੇਟ 'ਚ। ਅੱਛਾ ਡਾਕਟਰ ਸਾਹਿਬ, ਇੱਕ ਬੜਾ ਲੋਕਾਂ ਦੇ ਦਿਮਾਗ ਇੱਕ ਸਵਾਲ ਹੈ, ਪਬਲਿਕ ਕਹਿੰਦੀ, ਡਾਕਟਰ ਕਹਿੰਦੇ ਮਹਿੰਗਾ ਬੜਾ ਹੋ ਗਿਆ ਇਲਾਜ। ਸਰ, ਮਹਿੰਗਾ ਇਲਾਜ ਇਸ ਕਰਕੇ ਹੋ ਗਿਆ ਵਾ ਕਿ ਤੁਸੀਂ ਹਰ ਚੀਜ਼ ਮਹਿੰਗੀ ਹੋ ਗਈ ਹੈ। ਜੇ ਤੁਸੀਂ ਬਾਜ਼ਾਰ ਅੱਜ ਲੈਣ ਚਲੋਗੇ, ਸਬਜ਼ੀ ਲੈਣ ਜਾਓਗੇ, ਫਰੂਟ ਲੈਣ ਜਾਓਗੇ, ਕਰਿਆਨੇ ਦਾ ਸਮਾਨ ਲੈ ਕੇ ਜਾਓਗੇ, ਉਹ ਵੀ ਦੇਖੋ ਕਿੱਥੇ ਦੇ ਕਿੱਥੇ ਰੇਟਸ ਪਹੁੰਚ ਗਏ ਨੇ ਪਿਛਲੇ ਕੁਝ ਸਾਲਾਂ 'ਚ। ਤੇ ਉਹੀ ਹਾਲ ਇਕਵਿਪਮੈਂਟ ਦਾ ਵਾ, ਮੈਡੀਸਨ ਦਾ ਵਾ, ਹਸਪੀਟਲ ਚਲਾਉਣ ਦਾ ਖਰਚਾ ਵਾ। ਅੱਜ ਸਾਡੇ ਉਹਨੂੰ, ਜੇ ਮੈਂ ਇੱਕ NABH ਅਪਰੂਵਡ ਮੇਰਾ ਐਕ੍ਰੈਡਿਟਡ ਮੇਰਾ ਹਸਪੀਟਲ ਹੈ, ਉਹਨੂੰ ਮੇਨਟੇਨ ਕਰਨ ਵਾਸਤੇ ਜਿਹੜੀ ਮੈਨੂੰ ਸਾਜ਼ੋ ਸਮਾਨ ਚਾਹੀਦਾ ਵਾ, ਮਸ਼ੀਨਰੀ ਚਾਹੀਦੀ, ਉਹ ਹਰ ਇੱਕ ਚੀਜ਼ ਕਮਸ ਵਿਦ ਅ ਪ੍ਰਾਈਸ। ਔਰ ਜਦੋਂ ਪ੍ਰਾਈਸ ਸਾਨੂੰ ਮੇਰੇ ਵੀ ਖਰਚੇ ਵਧੇ ਪਏ ਨੇ, ਤਾਂ ਵੀ ਹੈਵ ਟੂ ਪਾਸ ਔਨ ਟੂ ਦ ਪੇਸ਼ੈਂਟਸ। ਐਂਡ ਦੈਨ ਅਗੇਨ
ਮੈਂ ਇਹ ਗੱਲ ਬੜੀ ਸ਼ਿਓਰਟੀ ਨਾਲ ਕਹਿਣਾ ਵਾ ਕਿ ਜਿੰਨੇ ਵੀ ਹਸਪੀਟਲ ਅੰਮ੍ਰਿਤਸਰ ਵਿੱਚ ਨੇ, ਜਿਸ ਤਰ੍ਹਾਂ ਦੀ ਸਰਜਰੀ ਜਿੰਨੇ ਰੇਟਸ ਮੈਂ ਕਰਦਾ ਵਾਂ ਸ਼ਾਇਦ ਕੋਈ ਕਰਦਾ। ਡਾਕਟਰ ਸਾਹਿਬ ਸ਼ਾਰਟ 'ਚ ਕਿਸ ਤਰ੍ਹਾਂ ਤੁਹਾਡੇ ਹਸਪੀਟਲ 'ਚ ਕਿਹੜੀ ਸਰਵਿਸਿਜ਼ ਅਵੇਲੇਬਲ ਹੈ? Ours is a multi-speciality hospital and being a surgeon, surgery ਸਾਡੀ ਇੱਕ priority ਹੈ। We are doing all types of endoscopic surgeries, we are doing all types of urology surgeries, but ਇਸ ਤੋਂ ਇਲਾਵਾ ਅਸੀਂ gynae, pediatrics, medicine, diabetes, chest and in fact orthopedics, knee joint replacement and ਸਾਡਾ ਜਿਹੜਾ ਪਲੱਸ ਪੁਆਇੰਟ ਆ ਸਾਡੇ ਹਸਪੀਟਲ ਦਾ, that is good quality of services at affordable price. Our staff and I am proud of my staff ਕਿ ਪਿਛਲੇ ਜਿਹੜੇ 20 ਸਾਲ ਹੋ ਜਾਣੇ ਭੰਡਾਰੀ ਸਾਹਿਬ ਮੇਰੇ ਇਸ ਹਸਪੀਟਲ ਨੂੰ ਖੁੱਲੇ ਹੋਏ 11 ਨਵੰਬਰ ਨੂੰ। ਮੇਰੇ ਕੋਲ ਜਿਹੜਾ ਸਟਾਫ ਹੈ ਉਹ 18 ਸਾਲ ਪੁਰਾਣਾ ਵਾ, 19 ਸਾਲ ਪੁਰਾਣਾ ਵਾ। ਜਿਹੜਾ ਮੇਰੇ ਕੋਲ ਇੱਕ ਵਾਰੀ ਆ ਗਿਆ, ਉਹ ਇੱਕ ਲੜਕੀ ਜੇ ਮੈਰਿਜ ਹੋ ਗਈ ਤੇ ਚਲੀ ਜਾਂਦੀ, ਵੈਸੇ ਨਹੀਂ ਜਾਂਦੀ ਉਹ। ਸੋ ਉਹ ਟ੍ਰੇਨਡ ਸਟਾਫ ਹੈ। ਡਾਕਟਰ ਸਾਹਿਬ ਇੱਕ ਐਜ਼ ਅ ਡਾਕਟਰ ਦੇਖੋ ਪੇਸ਼ੈਂਟ ਰਿਲੇਸ਼ਨਸ਼ਿਪ ਦੀ ਖਰਾਬੀ ਆਈ, ਐਜ਼ ਅ ਡਾਕਟਰ ਪੇਸ਼ੈਂਟ ਕੋ ਕੀ ਐਕਸਪੈਕਟ ਕਰਦੇ ਹੋ? ਦੇਖੋ ਪੇਸ਼ੈਂਟ ਤਾਂ ਬਹੁਤ ਸਾਰੀ ਚੀਜ਼ਾਂ ਐਕਸਪੈਕਟ ਕਰਦਾ ਹੈ। ਸਰ ਮੈਂ ਇਹ ਗੱਲ ਫੀਲ ਕਰਦਾ ਵਾਂ ਕਿ ਪਿਛਲੇ 10-12 ਸਾਲਾਂ ਤੋਂ ਜਿਹੜਾ ਪਬਲਿਕ ਔਰ ਪੇਸ਼ੈਂਟ ਡਾਕਟਰ ਰਿਲੇਸ਼ਨ ਹੈ ਉਹ ਥੋੜ੍ਹਾ ਡਿਟੀਰੀਓਰੇਟ ਕੀਤਾ ਵਾ, ਬਿਕੋਜ਼ ਪੇਸ਼ੈਂਟ ਨੂੰ ਇੱਕ ਫੇਥ ਨਹੀਂ ਰਿਹਾ। ਮੇਬੀ ਮੀਡੀਆ ਐਕਸਪੋਜ਼ਰ, ਮੇਬੀ ਕਿ ਅੱਜ ਹਰ ਇੱਕ ਜਣਾ ਮੋਬਾਈਲ ਲੈ ਕੇ ਤੁਰਦਾ ਪਿਆ ਵਾ, ਮੇਬੀ ਕਿ ਸਾਡੇ ਕੋਈ ਪ੍ਰੋਫੈਸ਼ਨ 'ਚ ਕੁਛ ਇਹੋ ਜਿਹੀ ਗਲਤੀਆਂ ਹੋਈਆਂ ਨੇ, ਬਟ ਅਲਟੀਮੇਟਲੀ ਜਿਹੜਾ ਪੇਸ਼ੈਂਟ ਤੁਹਾਡੇ ਕੋਲ ਫੇਥ ਕਰਕੇ ਆਇਆ ਵਾ ਔਰ ਯਕੀਨ ਮੰਨੋ ਪੇਸ਼ੈਂਟ ਠੀਕ ਹੋ ਕੇ ਜਾਂਦਾ ਵਾ। ਤੁਹਾਨੂੰ ਸਾਡੇ ਨਾਲ ਗੱਲ ਕਰਨੀ ਇਹ ਸਨ ਡਾਕਟਰ ਜਸਪ੍ਰੀਤ ਗਰੋਵਰ ਤੇ ਰਮਿੰਦਰ ਗਰੋਵਰ। ਕਿਸ ਤਰ੍ਹਾਂ ਸਾਡਾ ਇਹ ਵਿਸ਼ੇਸ਼ ਪ੍ਰੋਗਰਾਮ ਸੀਗਾ ਸੈਲੀਬ੍ਰਿਟੀ, ਇਹ ਪ੍ਰੋਗਰਾਮ ਦਾ ਅਸੀਂ ਨਾਂ ਰੱਖਿਆ। ਇਹਦੇ 'ਚ ਅਸੀਂ ਤੁਹਾਨੂੰ ਉਹਨਾਂ ਸ਼ਖਸੀਅਤਾਂ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਸਮਾਜ ਲਈ ਵੀ ਕੁਝ ਕੀਤਾ ਤੇ ਆਪ ਜ਼ੀਰੋ ਲੈਵਲ ਤੋਂ ਕੋਈ ਮੁਕਾਮ ਹਾਸਲ ਕੀਤਾ ਹੈ। ਸਾਨੂੰ ਦਿਓ ਇਜਾਜ਼ਤ, ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਨਮਸਕਾਰ, ਸਤਿ ਸ਼੍ਰੀ ਅਕਾਲ।